ਅੱਜ ਪਵਿੱਤਰ ਜੀ ਉੱਠਣ ਦਾ ਦਿਨ ਹੈ। 2000 ਸਾਲ ਪਹਿਲਾਂ ਯੀਸ਼ੂ ਮਸੀਹ ਨੇ ਪਸਾ ਦੇ ਪਰਵ ਨੂੰ ਮਨਾਇਆ ਅਤੇ ਉਸ ਦੇ ਅਗਲੇ ਦਿਨ ਮਤਲਬ ਅਖਮੀਰੀ ਰੋਟੀ ਦੇ ਪਰਵ ਦੇ ਦਿਨ ਸਲੀਬ ਦਾ ਦੁੱਖ ਸਹਿਨ ਕੀਤਾ। ਫਿਰ ਤੀਸਰੇ ਦਿਨ ਸਵੇਰ ਦੇ ਸਮੇਂ ਵਿੱਚ ਸੁੱਤੇ ਹੋਇਆਂ ਵਿੱਚੋਂ ਜੀ ਉੱਠਿਆ। ਇਸ ਅਚਰਜ ਇਤਿਹਾਸ ਨੂੰ 4 ਖੁਸ਼ਖਬਰੀ ਦੀਆਂ ਪੁਸਤਕਾਂ ਬਹੁਤ ਹੀ ਵਿਸਤਾਰ ਨਾਲ ਵਰਣਨ ਕਰਦੀਆਂ ਹਨ। ਪਰਮੇਸ਼ਵਰ ਮਰੇ ਹੋਇਆਂ ਵਿੱਚੋਂ 3 ਦਿਨ ਵਿੱਚ ਜੀ ਉੱਠੇ ਤਾਂ ਜੋ ਮਨੁੱਖ ਜਾਤੀ ਮੌਤ ਦੀ ਗੁਲਾਮੀ ਤੋਂ ਮੁਕਤ ਕੀਤੀ ਜਾ ਸਕੇ ਅਤੇ ਪਰਮੇਸ਼ਵਰ ਤੇ ਨਿਹਚਾ ਰੱਖਣ ਦੇ ਦੁਆਰਾ ਸਾਰੇ ਵਡਿਆਈ ਨਾਲ ਭਰੇ ਜੀ ਉੱਠਣ ਵਿੱਚ ਭਾਗ ਲੈ ਸਕਣ। ਅੱਜ ਅਰਥਾਤ ਪਵਿੱਤਰ ਜੀ ਉੱਠਣ ਦੇ ਦਿਨ ਤੋਂ ਸਾਨੂੰ ਇਸ ਜਿਉਂਦੀ ਆਸ ਨੂੰ ਦਿੱਤਾ ਗਿਆ ਹੈ। ਇਸ ਲਈ ਅਸੀਂ ਜੀ ਉੱਠਣ ਦੇ ਦਿਨ ਤੋਂ ਬਿਨਾਂ ਈਸਾਈ ਧਰਮ ਦੇ ਬਾਰੇ ਗੱਲ ਨਹੀਂ ਕਰ ਸਕਦੇ। ਇਸ ਤਰ੍ਹਾਂ ਦੇ ਪਰਵ ਦੇ ਅਰਥ ਨੂੰ ਪਰਮੇਸ਼ਵਰ ਨੇ ਮੂਸਾ ਦੀ ਵਿਵਸਥਾ ਵਿੱਚ ਰੱਖਿਆ ਅਤੇ ਬਾਈਬਲ ਦੀ ਭਵਿੱਖਬਾਣੀਆਂ ਵਿੱਚ ਸਭ ਦਰਜ ਕੀਤਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪੱਕਾ ਵਾਪਰਨਗੀਆਂ। ਇਸ ਲਈ ਅੱਜ ਅਸੀਂ ਪਰਮੇਸ਼ਵਰ ਦੀ ਇੱਛਾ ਦਾ ਪਾਲਨ ਕਰਦੇ ਹੋਏ, ਜਿਨ੍ਹਾਂ ਨੇ ਕਿਹਾ ਰਾਹ ਅਤੇ ਸੱਚਾਈ ਅਤੇ ਜੀਵਨ ਮੈਂ ਹੀ ਹਾਂ ਅਤੇ ਜੀ ਉੱਠਣਾ ਅਤੇ ਜੀਵਨ ਮੈਂ ਹੀ ਹਾਂ, ਪਵਿੱਤਰ ਜੀ ਉੱਠਣ ਦੇ ਦਿਨ ਵਿੱਚ ਭਾਗ ਲੈ ਰਹੇ ਹਾਂ। ਫਿਰ ਅੱਜ ਆਓ ਅਸੀਂ ਇਸ ਜੀ ਉੱਠਣ ਦੇ ਦਿਨ ਦੇ ਅਰਥ ਨੂੰ ਇੱਕ ਵਾਰ ਫਿਰ ਤੋਂ ਆਪਣੇ ਮਨ ਵਿੱਚ ਯਾਦ ਕਰਨ ਦਾ ਸਮਾਂ ਲਈਏ। ਜੇਕਰ 2000 ਸਾਲ ਪਹਿਲਾਂ ਦੇ ਹਾਲਾਤ ਵਿੱਚ ਵਾਪਸ ਜਾਈਏ ਤਾਂ ਪਸਾ ਦਾ ਪਰਵ ਮਨਾਉਣ ਤੋਂ ਬਾਅਦ ਉਸ ਦੇ ਅਗਲੇ ਦਿਨ ਸਾਰੇ ਇਜ਼ਰਾਈਲੀਆਂ ਨੇ ਯੀਸ਼ੂ ਮਸੀਹ ਨੂੰ ਸਲੀਬ ਚੁੱਕ ਕੇ ਗੁਲਗੁਤਾ ਦੇ ਸਿਖਰ ਤੇ ਜਾਂਦੇ ਹੋਏ ਦੇਖਿਆ ਸੀ ਅਤੇ ਉਹਨਾਂ ਨੇ ਗੁਲਗੁਤਾ ਦੇ ਸਿਖਰ ਤੇ ਯੀਸ਼ੂ ਮਸੀਹ ਨੂੰ ਮਾਰਦੇ ਹੋਏ ਵੀ ਦੇਖਿਆ ਸੀ। ਇੱਥੇ ਤੱਕ ਕਿ ਇੱਕ ਸੈਨਿਕ ਨੇ ਜੋ ਉਹਨਾਂ ਦੇ ਬਗਲ ਵਿੱਚ ਖੜਾ ਸੀ, ਉਹਨਾਂ ਦੀ ਮੌਤ ਦੀ ਪੁਸ਼ਟੀ ਕਰਨ ਦੇ ਲਈ ਉਹਨਾਂ ਦੀ ਵੱਖੀ ਵਿੱਚ ਨੇਜਾ ਮਾਰਿਆ ਸੀ। ਇਹਨਾਂ ਘਟਨਾਵਾਂ ਦੇ ਬਾਅਦ ਐਤਵਾਰ ਦੇ ਦਿਨ ਨੂੰ ਜਦੋਂ ਕਿਹਾ ਗਿਆ ਕਿ ਯੀਸ਼ੂ ਮਰੇ ਹੋਇਆਂ ਵਿੱਚੋਂ ਜੀ ਉੱਠੇ, ਤਦ ਇਹ ਪੂਰੇ ਇਜ਼ਰਾਈਲ ਦੇਸ਼ ਵਿੱਚ ਅਚਰਜ ਘਟਨਾ ਬਣ ਗਈ ਸੀ। ਯੀਸ਼ੂ ਮਸੀਹ ਨੇ ਪਹਿਲਾਂ ਹੀ ਤੋਂ ਸਪਸ਼ਟ ਰੂਪ ਨਾਲ ਕਿਹਾ ਸੀ ਕਿ ਉਹ 3 ਦਿਨ ਵਿੱਚ ਮਰੇ ਹੋਇਆਂ ਵਿੱਚੋਂ ਜੀ ਉੱਠਣਗੇ। ਜਦੋਂ ਯੀਸ਼ੂ ਮਸੀਹ ਇਹਨਾਂ ਵਚਨਾਂ ਦੇ ਅਨੁਸਾਰ ਮਰੇ ਹੋਇਆਂ ਵਿੱਚੋਂ ਜੀ ਉੱਠੇ ਅਤੇ ਸਿਪਾਹੀਆਂ ਨੇ ਦੱਸਿਆ ਕਿ ਕੀ ਹੋਇਆ, ਜਦੋਂ ਮਹਾਪੁਰੋਹਿਤ ਅਤੇ ਧਾਰਮਿਕ ਨੇਤਾਵਾਂ ਨੇ ਇਕੱਠੇ ਹੋ ਕੇ ਕਿਹਾ ਇਸ ਗੱਲ ਨੂੰ ਲੋਕਾਂ ਵਿੱਚ ਕਦੀ ਨਾ ਫੈਲਾਉਣਾ, ਬਲਕਿ ਇਹ ਝੂਠੀ ਅਫਵਾਹ ਫੈਲਾਓ ਕਿ ਯੀਸ਼ੂ ਦੇ ਚੇਲਿਆਂ ਨੇ ਰਾਤ ਨੂੰ ਚੋਰੀ ਨਾਲ ਆ ਕੇ ਯੀਸ਼ੂ ਦੀ ਲੋਥ ਨੂੰ ਚੋਰੀ ਕਰ ਲਿਆ ਹੈ। ਮਤੀ ਦੁਆਰਾ ਲਿਖੀ ਖੁਸ਼ਖਬਰੀ ਵਿੱਚ ਅਸੀਂ ਇਹ ਦ੍ਰਿਸ਼ ਦੇਖ ਸਕਦੇ ਹਾਂ ਜਿੱਥੇ ਉਹਨਾਂ ਨੇ ਸਿਪਾਹੀਆਂ ਨੂੰ ਬਹੁਤ ਪੈਸਾ ਦਿੱਤਾ। ਲੋਕਾਂ ਵਿੱਚ ਝੂਠੀ ਅਫਵਾਹਾਂ ਫੈਲ ਗਈਆਂ ਜਦਕਿ ਸੱਚ ਵੀ ਲੋਕਾਂ ਵਿੱਚ ਫੈਲ ਗਿਆ। ਚੇਲਿਆਂ ਨੇ ਸਾਰੇ ਲੋਕਾਂ ਨੂੰ ਇਹਨਾਂ ਅਦਭੁਤ ਗੱਲਾਂ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਜੇਕਰ ਤੁਸੀਂ ਯੀਸ਼ੂ ਤੇ ਨਿਹਚਾ ਕਰੋਗੇ ਤਾਂ ਤੁਸੀਂ ਉਸ ਵਡਿਆਈ ਵਿੱਚ ਪ੍ਰਵੇਸ਼ ਕਰ ਸਕਦੇ ਹੋ ਜਿਸ ਨਾਲ ਤੁਸੀਂ ਮਰਨ ਤੋਂ ਬਾਅਦ ਵੀ ਫਿਰ ਤੋਂ ਜਿਉਂਦੇ ਹੋ ਸਕਦੇ ਹੋ। ਇਹ ਜੀ ਉੱਠਣ ਦੀ ਘਟਨਾ ਸੀ ਜਿਸ ਨੇ ਅੱਜ ਈਸਾਈ ਨਿਹਚਾ ਨੂੰ ਯਰੂਸ਼ਲਮ ਤੋਂ ਲੈ ਕੇ ਏਸ਼ੀਆ ਮਾਈਨਰ ਦੇ ਖੇਤਰਾਂ ਅਤੇ ਪੂਰੇ ਯੂਰਪ ਤੱਕ ਫੈਲਾਉਣ ਦਾ ਅਚਰਜ ਇਤਿਹਾਸ ਬਣਾਇਆ। ਅਤੇ ਜੀ ਉੱਠਣ ਦਾ ਇਹ ਇਤਿਹਾਸ ਵਾਪਰਨ ਤੋਂ ਪਹਿਲਾਂ 3500 ਸਾਲ ਪਹਿਲਾਂ ਮੂਸਾ ਦੇ ਸਮੇਂ ਵਿੱਚ ਭਵਿੱਖਬਾਣੀ ਕੀਤੀ ਗਈ ਸੀ ਕਿ ਇਸ ਤਰ੍ਹਾਂ ਦੀ ਘਟਨਾ ਹੋਵੇਗੀ। ਆਓ ਅਸੀਂ ਲੇਵੀਆ ਅਧਿਆਇ 23 ਦੇਖੀਏ। ਲੇਵੀਆ ਅਧਿਆਇ 23 ਵਚਨ 10, ਇਜ਼ਰਾਈਲੀਆਂ ਨਾਲ ਗੱਲ ਕਰ ਅਤੇ ਇਹ ਉਹਨਾਂ ਨੂੰ ਆਖ ਪਾਈ, ਜਿਸ ਵੇਲੇ ਤੁਸੀਂ ਉਸ ਦੇਸ਼ ਵਿੱਚ ਜੋ ਮੈਂ ਤੁਹਾਨੂੰ ਦਿੰਦਾ ਹਾਂ ਆ ਗਏ ਹੋ ਅਤੇ ਉਸ ਦੀ ਹਾੜੀ ਵੀ ਵੱਢੋਗੇ, ਤਾਂ ਤੁਸੀਂ ਆਪਣੀ ਹਾੜੀ ਦੇ ਪਹਿਲੇ ਫਲ ਤੋਂ ਇੱਕ ਪੂਲਾ ਜਾਜਕ ਦੇ ਸਾਹਮਣੇ ਲਿਆਉਣਾ। ਉਹ ਹਾੜੀ ਦੇ ਪਹਿਲੇ ਫਲ ਨੂੰ ਜਾਜਕ ਦੇ ਕੋਲ ਲਿਆਏ। ਇਸ ਦੇ ਅਰਥ ਵਿੱਚੋਂ ਪਹਿਲੇ ਫਲ ਦੇ ਪਰਵ ਦਾ ਨਾਮ ਪੈਦਾ ਹੋਇਆ ਅਤੇ ਉਹ ਉਸ ਪੂਲੇ ਨੂੰ ਯਹੋਵਾ ਦੇ ਸਾਹਮਣੇ ਹਿਲਾਵੇ
ਭਈ ਉਹ ਤੁਹਾਡੇ ਕੋਲੋਂ ਮੰਨਿਆ ਜਾਏ। ਉਸ ਪੱਕਾ ਹੀ ਸਬਤ ਦੇ ਅਗਲੇ ਭਲਕ ਨੂੰ ਜਾਜਕ ਉਸ ਨੂੰ ਹਿਲਾਵੇ। ਵਰਤਮਾਨ ਹਫਤੇ ਦੀ ਪ੍ਰਣਾਲੀ ਦੇ ਅਨੁਸਾਰ ਸਬਤ ਦਾ ਦੂਸਰਾ ਦਿਨ ਕਿਹੜਾ ਦਿਨ ਹੈ? 3500 ਸਾਲ ਪਹਿਲਾਂ ਮੂਸਾ ਦੀ ਵਿਵਸਥਾ ਵਿੱਚ ਇਹ ਗੱਲ ਪਹਿਲਾਂ ਤੋਂ ਹੀ ਦਰਜ ਸੀ ਕਿ ਯੀਸ਼ੂ ਮਸੀਹ ਦੇ ਜੀ ਉੱਠਣ ਦਾ ਦਿਨ ਐਤਵਾਰ ਹੋਣਾ ਚਾਹੀਦਾ ਹੈ। ਆਓ ਅਸੀਂ ਕੂਚ ਅਧਿਆਇ 14 ਵਚਨ 21 ਤੇ 1 ਨਜ਼ਰ ਪਾਈਏ। ਤਾਂ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਬਾ ਕੀਤਾ ਅਰ ਯਹੋਵਾ ਨੇ ਤੇਜ ਪੁਰੇ ਦੀ ਹਵਾ ਸਾਰੀ ਰਾਤ ਵਗਾ ਕੇ ਸਮੁੰਦਰ ਨੂੰ ਪਿੱਛੇ ਹਟਾ ਦਿੱਤਾ ਅਤੇ ਸਮੁੰਦਰ ਨੂੰ ਸੁਕਾ ਦਿੱਤਾ ਅਰ ਪਾਣੀ ਦੇ 2 ਭਾਗ ਹੋ ਗਏ। ਇਜ਼ਰਾਈਲੀ ਸਮੁੰਦਰ ਦੇ ਵਿੱਚ ਦੀ ਖੁਸ਼ਕੀ ਉੱਤੋਂ ਦੀ ਆਏ ਅਰ ਉਹਨਾਂ ਦੇ ਸੱਜੇ ਖੱਬੇ ਪਾਣੀ ਕੰਧ ਵਾਂਗੂ ਸਨ। ਮਿਸਰੀਆਂ ਨੇ ਪਿੱਛਾ ਕੀਤਾ ਅਰ ਉਹਨਾਂ ਦਾ ਪਿੱਛਾ ਕਰਦੇ ਹੋਏ ਫਿਰੌਨ ਦੇ ਸਾਰੇ ਘੋੜੇ ਅਰ ਉਸਦੇ ਰੱਥ ਅਰ ਘੋੜ ਚੜੇ ਸਮੁੰਦਰ ਵਿੱਚ ਆ ਗਏ। ਤਾਂ ਇਹ ਹੋਇਆ ਕਿ ਸਵੇਰ ਦੇ ਪਹਿਰੀ ਯਹੋਵਾ ਨੇ ਮਿਸਰੀਆਂ ਦੇ ਡੇਰੇ ਨੂੰ ਅੱਗ ਅਰ ਬੱਦਲ ਦੇ ਤੰਮ ਦੇ ਵਿੱਚੋਂ ਦੀ ਡਿੱਠਾ ਤੇ ਮਿਸਰੀਆਂ ਦੇ ਡੇਰੇ ਨੂੰ ਗੜਬੜਾਹਟ ਵਿੱਚ ਪਾ ਦਿੱਤਾ ਅਰ ਉਹਨਾਂ ਦੇ ਰੱਥਾਂ ਦੇ ਪਹੀਏ ਲਾ ਸੁੱਟੇ ਕਿਉਂ ਜੋ ਉਹ ਭਾਰੀ ਚੱਲਦੇ ਸਨ। ਸੋ ਮਿਸਰੀਆਂ ਨੇ ਆਖਿਆ ਅਸੀਂ ਇਜ਼ਰਾਈਲ ਦੇ ਅੱਗੋਂ ਨੱਠ ਚੱਲੀਏ ਕਿਉਂਕਿ ਯਹੋਵਾ ਉਹਨਾਂ ਲਈ ਮਿਸਰੀਆਂ ਦੇ ਵਿਰੁੱਧ ਲੜਦਾ ਹੈ। ਫਿਰ ਯਹੋਵਾ ਨੇ ਮੂਸਾ ਨੂੰ ਆਖਿਆ ਆਪਣਾ ਹੱਥ ਸਮੁੰਦਰ ਉੱਤੇ ਲੰਬਾ ਕਰ ਤਾਂ ਜੋ ਪਾਣੀ ਮਿਸਰੀਆਂ ਉੱਤੇ ਉਹਨਾਂ ਦੇ ਰੱਥਾਂ ਉੱਤੇ ਅਰ ਉਹਨਾਂ ਦੇ ਘੋੜ ਚੜਿਆਂ ਉੱਤੇ ਮੁੜ ਆਉਣ। ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਬਾ ਕੀਤਾ ਅਰ ਪੋਹ ਫਟਣ ਵੇਲੇ ਸਮੁੰਦਰ ਆਪਣੇ ਪਹਿਲੇ ਬਲ ਨਾਲ ਮੁੜਿਆ ਅਤੇ ਮਿਸਰੀ ਉਸ ਦੇ ਵੱਲ ਨੱਠੇ। ਪਰ ਯਹੋਵਾ ਨੇ ਮਿਸਰੀਆਂ ਨੂੰ ਸਮੁੰਦਰ ਦੇ ਵਿੱਚ ਛੰਡ ਸੁੱਟਿਆ। ਉਪਰੰਤ ਪਾਣੀ ਮੁੜੇ ਅਰ ਉਹਨਾਂ ਨੇ ਰੱਥ ਅਤੇ ਘੋੜ ਚੜੇ ਅਤੇ ਫਿਰੌਨ ਦੀ ਸਾਰੀ ਫੌਜ ਜਿਹੜੀ ਉਹਨਾਂ ਦੇ ਮਗਰ ਸਮੁੰਦਰ ਵਿੱਚ ਆਈ ਸੀ ਢੱਕ ਲਈ ਅਰ ਉਹਨਾਂ ਵਿੱਚੋਂ ਇੱਕ ਵੀ ਨਾ ਬਚਿਆ। ਕੂਚ ਅਧਿਆਇ 14 ਪਹਿਲੇ ਫਲ ਦੇ ਪਰਵ ਦੀ ਸ਼ੁਰੂਆਤ ਦਾ ਵਰਣਨ ਕਰਦਾ ਹੈ। ਇਜ਼ਰਾਈਲੀਆਂ ਨੇ 3500 ਸਾਲ ਪਹਿਲਾਂ ਮਿਸਰ ਦੇਸ਼ ਵਿੱਚ ਪਸਾ ਦਾ ਪਰਵ ਮਨਾਇਆ ਅਤੇ ਉਸ ਦੇ ਅਗਲੇ ਦਿਨ ਮਤਲਬ ਅਖਮੀਰੀ ਰੋਟੀ ਦੇ ਪਰਵ ਤੋਂ ਲੈ ਕੇ ਲਾਲ ਸਮੁੰਦਰ ਦੇ ਪਾਰ ਕਰਨ ਤੱਕ ਕਈ ਮੁਸ਼ਕਲਾਂ ਅਤੇ ਕਸ਼ਟਾਂ ਦਾ ਸਾਹਮਣਾ ਕੀਤਾ ਸੀ। ਪਵਿੱਤਰ ਕੈਲੰਡਰ ਦੇ ਅਨੁਸਾਰ ਪਹਿਲੇ ਮਹੀਨੇ ਦੇ 22ਵੇਂ ਦਿਨ ਸਵੇਰ ਦੇ ਸਮੇਂ ਵਿੱਚ ਇਜ਼ਰਾਈਲੀਆਂ ਨੇ ਪੂਰੀ ਤਰ੍ਹਾਂ ਨਾਲ ਲਾਲ ਸਮੁੰਦਰ ਪਾਰ ਕੀਤਾ। ਪਰਮੇਸ਼ਵਰ ਨੇ ਮਿਸਰ ਦੀ ਸੈਨਾ ਨੂੰ ਜੋ ਇਜ਼ਰਾਈਲੀਆਂ ਦਾ ਪਿੱਛਾ ਕਰ ਰਹੀ ਸੀ ਰੋਕਦੇ ਹੋਏ ਰਾਤ ਵਿੱਚ ਅੱਗ ਦੇ ਖੰਭੇ ਨਾਲ ਅਤੇ ਦਿਨ ਵਿੱਚ ਬੱਦਲ ਦੇ ਖੰਭੇ ਨਾਲ ਇਜ਼ਰਾਈਲੀਆਂ ਦੀ ਦੇਖਰੇਖ ਕੀਤੀ ਸੀ ਤਾਂ ਜੋ ਉਹ ਪੂਰੀ ਤਰ੍ਹਾਂ ਨਾਲ ਲਾਲ ਸਮੁੰਦਰ ਨੂੰ ਪਾਰ ਕਰਕੇ ਜ਼ਮੀਨ ਤੇ ਚੜ੍ਹ ਸਕਣ। ਉਸ ਸਮਾਂ ਜਦੋਂ ਉਹਨਾਂ ਨੇ ਲਾਲ ਸਮੁੰਦਰ ਨੂੰ ਪਾਰ ਕੀਤਾ ਪਵਿੱਤਰ ਕੈਲੰਡਰ ਅਨੁਸਾਰ ਪਹਿਲੇ ਮਹੀਨੇ ਦੇ 22ਵੇਂ ਦਿਨ ਅੰਮ੍ਰਿਤ ਵੇਲਾ ਸੀ। ਪਰਮੇਸ਼ਵਰ ਨੇ ਇਹਨਾਂ ਗੱਲਾਂ ਦੇ ਦੁਆਰਾ ਪਹਿਲੇ ਫਲ ਦੇ ਪਰਵ ਨੂੰ ਨਿਯੁਕਤ ਕੀਤਾ। ਇਹ ਬਪਤਿਸਮਾ ਦੇ ਅਰਥ ਨਾਲ ਸੰਬੰਧਿਤ ਹੈ। ਪਾਣੀ ਵਿੱਚ ਪ੍ਰਵੇਸ਼ ਕਰਨਾ ਇਜ਼ਰਾਈਲੀਆਂ ਦੇ ਲਾਲ ਸਮੁੰਦਰ ਵਿੱਚ ਪ੍ਰਵੇਸ਼ ਕਰਨ ਨੂੰ ਦਰਸਾਉਂਦਾ ਹੈ। ਪਾਣੀ ਵਿੱਚੋਂ ਨਿਕਲਣਾ ਲਾਲ ਸਮੁੰਦਰ ਨੂੰ ਪਾਰ ਕਰਕੇ ਜ਼ਮੀਨ ਤੇ ਚੜ੍ਹਨ ਨੂੰ ਦਰਸਾਉਂਦਾ ਹੈ। ਪਰਮੇਸ਼ਵਰ ਨੇ ਬਪਤਿਸਮਾ ਦੇ ਅਰਥ ਨੂੰ ਇਸ ਵਿੱਚ ਪਾ ਦਿੱਤਾ। ਪਵਿੱਤਰ ਕੈਲੰਡਰ ਦੇ ਅਨੁਸਾਰ ਪਹਿਲੇ ਮਹੀਨੇ ਦੇ 22ਵਾਂ ਦਿਨ ਪਹਿਲੇ ਫਲ ਦਾ ਪਰਵ ਅਰਥਾਤ ਜੀ ਉੱਠਣ ਦਾ ਦਿਨ ਹੈ। ਜੀ ਉੱਠਣ ਦੀ ਸਵੇਰ ਦਾ ਕੀ ਮਹੱਤਵ ਹੈ? ਦੁਸ਼ਟ ਲੋਕ ਜਿਨ੍ਹਾਂ ਨੇ ਸਾਡਾ ਪਿੱਛਾ ਕੀਤਾ ਉਹ ਨਸ਼ਟ ਹੋ ਜਾਣਗੇ ਅਤੇ ਅਸੀਂ ਜੋ ਮਸੀਹ ਦੇ ਨਾਲ ਹਾਂ ਧਰਮੀ ਦੇ ਸਰੀਰ ਵਿੱਚ ਜੀ ਉੱਠਾਂਗੇ। ਪਰਮੇਸ਼ਵਰ ਨੇ ਪਹਿਲੇ ਫਲ ਦੇ ਪਰਵ ਦੇ ਅਰਥ ਦੇ ਦੁਆਰਾ ਆਪਣੀ ਇੱਛਾ ਸਾਨੂੰ ਜਾਣਨ ਦਿੱਤੀ ਹੈ। ਇਹ ਘਟਨਾ ਅੰਮ੍ਰਿਤ ਵੇਲੇ ਵਾਪਰੀ ਸਾਨੂੰ ਉਸ ਕੰਮ ਨੂੰ ਯਾਦ ਰੱਖਣ ਵਿੱਚ ਮਦਦ ਕਰਨ ਦੇ ਲਈ ਜੋ ਉਹਨਾਂ ਨੇ ਕੀਤਾ ਸੀ। ਪਰਮੇਸ਼ਵਰ ਨੇ ਹਰ ਸਾਲ ਪਸਾ ਅਤੇ ਅਖਮੀਰੀ ਰੋਟੀ ਦੇ ਪਰਵ ਨੂੰ ਮਨਾਉਣ ਤੋਂ ਬਾਅਦ ਆਉਣ ਵਾਲੇ ਸਬਤ ਦਾ ਅਗਲਾ ਦਿਨ ਮਤਲਬ ਐਤਵਾਰ ਨੂੰ ਇਹ ਪਹਿਲੇ ਫਲ ਦਾ ਪਰਵ ਮਨਾਉਣ ਦਾ ਆਦੇਸ਼ ਦਿੱਤਾ ਸੀ। ਇਸ ਲਈ ਪਹਿਲੇ ਫਲ ਦਾ ਪਰਵ ਪੱਕਾ ਹੀ ਸਬਤ ਦੇ ਦਿਨ ਤੋਂ ਅਗਲੇ ਦਿਨ ਹੋਣਾ ਚਾਹੀਦਾ ਹੈ ਅਤੇ ਇਸ ਅੰਮ੍ਰਿਤ ਵੇਲੇ ਵਿੱਚ ਪਰਮੇਸ਼ਵਰ ਦਾ ਮਹਾਨ ਕੰਮ ਵਾਪਰਿਆ ਸੀ। ਜਦੋਂ ਅਸੀਂ ਉਸ ਦ੍ਰਿਸ਼ ਨੂੰ ਨਵੇਂ ਨੇਮ ਵਿੱਚ ਦੇਖੀਏ ਤਾਂ ਪੁਸ਼ਟੀ ਕਰ ਸਕਦੇ ਹਾਂ ਕਿ ਸਾਰੀਆਂ ਭਵਿੱਖਬਾਣੀਆਂ ਯੋਜਨਾਬੱਧ ਰੂਪ ਨਾਲ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਪੂਰੀਆਂ ਹੋਈਆਂ ਹਨ। ਇਹਨਾਂ ਦਿਨਾਂ ਵਿੱਚ ਕਿਉਂਕਿ ਸੰਸਾਰ ਦੇ ਚਰਚ ਪਰਵ ਦੀ ਭਵਿੱਖਬਾਣੀ ਅਤੇ ਅਰਥ ਨੂੰ ਨਹੀਂ ਸਮਝਦੇ, ਇਸ ਲਈ ਉਹ ਦਾਅਵਾ ਕਰਦੇ ਹਨ ਕਿ ਯੀਸ਼ੂ ਮਸੀਹ ਐਤਵਾਰ ਨੂੰ ਜੀ ਉੱਠੇ, ਇਸ ਲਈ ਸਾਨੂੰ ਐਤਵਾਰ ਆਰਾਧਨਾ ਕਰਨੀ ਚਾਹੀਦੀ ਹੈ। ਹਾਲਾਂਕਿ ਅਸਲ ਵਿੱਚ ਸਬਤ ਇੱਕ ਅਲੱਗ ਆਰਾਧਨਾ ਹੈ ਅਤੇ ਜੀ ਉੱਠਣ ਦਿਨ ਦੀ ਆਰਾਧਨਾ ਤਾਂ ਅਸੀਂ ਵੀ ਐਤਵਾਰ ਵਿੱਚ ਕਰਦੇ ਹਾਂ, ਹੈ ਨਾ?
ਇਹ ਸਾਲਾਨਾ ਤਿਉਹਾਰ ਹਨ ਜਿਸ ਨੂੰ ਸਾਲ ਵਿੱਚ ਇੱਕ ਵਾਰ ਮਨਾਇਆ ਜਾਂਦਾ ਹੈ। ਜੋ ਲੋਕ ਪੁਰਾਣੇ ਨੇਮ ਦੇ ਪਰਵਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਉਹ ਇਸ ਗੱਲ ਨੂੰ ਆਸਾਨੀ ਨਾਲ ਪਛਾਣਨ ਵਿੱਚ ਕਾਬਿਲ ਹੁੰਦੇ ਹਨ ਕਿ ਜੀ ਉੱਠਣ ਦਾ ਦਿਨ ਦਾ ਹਫ਼ਤੇ ਵਿੱਚ ਆਉਣ ਵਾਲੀ ਆਰਾਧਨਾ ਨਾਲ ਕੋਈ ਸੰਬੰਧ ਨਹੀਂ ਹੈ। ਆਓ ਅਸੀਂ ਮਤੀ ਅਧਿਆਇ 28 ਵਚਨ 1 ਦੇਖੀਏ। ਸਬਤ ਦਿਨ ਬੀਤਣ ਤੋਂ ਬਾਅਦ ਹਫ਼ਤੇ ਦੇ ਪਹਿਲੇ ਦਿਨ, ਜੇਕਰ ਉਹ ਸਬਤ ਦਿਨ ਤੋਂ ਬਾਅਦ ਹਫ਼ਤੇ ਦਾ ਪਹਿਲਾ ਦਿਨ ਹੈ ਤਾਂ ਉਹ ਕਿਹੜਾ ਵਾਰ ਹੈ? ਐਤਵਾਰ। ਐਤਵਾਰ ਦੇ ਦਿਨ ਪੈਰ ਫੁੱਟਣ ਦੇ ਵੇਲੇ ਮਰੀਮ ਮਗਦਲੀਨੀ ਅਤੇ ਦੂਈ ਮਰੀਮ ਕਬਰ ਨੂੰ ਵੇਖਣ ਆਈਆਂ। ਅਰ ਵੇਖੋ ਇੱਕ ਵੱਡਾ ਭੁਚਾਲ ਆਇਆ, ਇਸ ਲਈ ਜੋ ਪ੍ਰਭੂ ਦਾ ਦੂਤ ਆਕਾਸ਼ੋਂ ਉਤਰਿਆ ਉਸ ਪੱਥਰ ਨੂੰ ਰੇੜ ਕੇ ਲਾਂਬੇ ਕਰ ਦਿੱਤਾ ਅਰ ਉਸ ਉੱਤੇ ਬਹਿ ਗਿਆ। ਉਹਦਾ ਰੂਪ ਬਿਜਲੀ ਵਰਗਾ ਅਰ ਉਹਦਾ ਬਸਤਰ ਬਰਫ਼ ਜਿਹਾ ਚਿੱਟਾ ਸੀ ਅਤੇ ਉਹਦੇ ਭੈ ਦੇ ਮਾਰੇ ਰਾਖੇ ਕੰਬ ਉੱਠੇ ਅਤੇ ਮੁਰਦਿਆਂ ਵਾਂਗੂ ਹੋ ਗਏ। ਪਰ ਦੂਤ ਨੇ ਅੱਗੋਂ ਤੀਵੀਆਂ ਨੂੰ ਕਿਹਾ, ਤੁਸੀਂ ਨਾ ਡਰੋ, ਕਿਉਂਕਿ ਮੈਂ ਜਾਣਦਾ ਹਾਂ ਜੋ ਤੁਸੀਂ ਯੀਸ਼ੂ ਨੂੰ ਜਿਹੜਾ ਸਲੀਬ ਉੱਤੇ ਚੜਾਇਆ ਗਿਆ ਸੀ ਭਾਲਦੀਆਂ ਹੋ। ਉਹ ਇੱਥੇ ਹੈ ਨਹੀਂ, ਕਿਉਂਕਿ ਜਿਵੇਂ ਉਸਨੇ ਕਿਹਾ ਸੀ ਕੀ ਹੋਇਆ, ਉਹ ਜੀ ਉੱਠਿਆ ਹੈ। ਇਸ ਦਾ ਮਤਲਬ ਹੈ ਕਿ ਉਹਨਾਂ ਦਾ ਜੀ ਉੱਠਣ ਹੋਇਆ ਹੈ ਨਾ, ਜੀ ਉੱਠਿਆ ਹੈ। ਆਓ ਇਹ ਥਾਂ ਵੇਖੋ ਜਿੱਥੇ ਪ੍ਰਭੂ ਪਿਆ ਹੋਇਆ ਸੀ। ਅਰ ਛੇਤੀ ਜਾ ਕੇ ਉਹਦੇ ਚੇਲਿਆਂ ਨੂੰ ਆਖੋ ਭਈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਅਤੇ ਵੇਖੋ ਉਹ ਤੁਹਾਤੋਂ ਅੱਗੇ ਗਲੀਲ ਨੂੰ ਜਾਂਦਾ ਹੈ, ਉਹਨੂੰ ਤੁਸੀਂ ਉੱਥੇ ਵੇਖੋਗੇ। ਲੋ ਮੈਂ ਤੁਹਾਨੂੰ ਦੱਸ ਦਿੱਤਾ। ਅਤੇ ਉਹ ਪੈ ਅਤੇ ਵੱਡੀ ਖੁਸ਼ੀ ਨਾਲ ਕਬਰ ਕੋਲੋਂ ਛੇਤੀ ਚੱਲ ਕੇ ਉਹਦੇ ਚੇਲਿਆਂ ਨੂੰ ਖਬਰ ਦੇਣ ਦੇ ਲਈ ਦੌੜੀਆਂ ਗਈਆਂ। ਅਤੇ ਵੇਖੋ ਯੀਸ਼ੂ ਉਹਨਾਂ ਨੂੰ ਮਿਲਿਆ ਅਰ ਬੋਲਿਆ, ਸੁਖੀ ਰਹੋ। ਅਤੇ ਉਹਨਾਂ ਦੇ ਕੋਲ ਆਣ ਕੇ ਉਹਦੇ ਚਰਨ ਫੜੇ ਅਤੇ ਉਸ ਨੂੰ ਮੱਥਾ ਟੇਕਿਆ। ਤਾਂ ਯੀਸ਼ੂ ਨੇ ਉਹਨਾਂ ਨੂੰ ਆਖਿਆ, ਡਰੋ ਨਾ, ਜਾਓ ਮੇਰੇ ਭਾਈਆਂ ਨੂੰ ਆਖੋ ਜੋ ਗਲੀਲ ਨੂੰ ਜਾਣ ਅਤੇ ਉਹ ਉੱਥੇ ਮੈਨੂੰ ਵੇਖਣਗੇ। ਸਾਰੇ ਲੋਕੋ, ਯੀਸ਼ੂ ਦਾ ਜੀ ਉੱਠਣਾ ਇੱਕ ਅਚਰਜ ਘਟਨਾ ਸੀ। ਯੀਸ਼ੂ ਮਸੀਹ ਜੋ ਪੱਕੀ ਤਰ੍ਹਾਂ ਨਾਲ ਸਲੀਬ ਤੇ ਮਰ ਗਏ ਸੀ, ਮਰੇ ਹੋਇਆ ਵਿੱਚੋਂ 3 ਦਿਨਾਂ ਵਿੱਚ ਫਿਰ ਤੋਂ ਜੀ ਉੱਠੇ। ਉਹਨਾਂ ਨੇ ਕੰਮ ਕੀਤਾ, ਵਚਨ ਦੱਸਿਆ ਅਤੇ ਚੇਲਿਆਂ ਨੂੰ ਸਿੱਖਿਆ ਦਿੱਤੀ। ਇਸ ਕਰਕੇ ਉਸ ਸਮੇਂ ਤੋਂ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਤੇ ਨਿਸ਼ਚਾ ਕੀਤੀ ਕਿ ਯੀਸ਼ੂ ਪਰਮੇਸ਼ਵਰ ਹੈ। ਅਤੇ ਲੋਕ ਜਿਨ੍ਹਾਂ ਦੇ ਕੋਲ ਮਜ਼ਬੂਤ ਨਿਸ਼ਚਾ ਸੀ ਉਹਨਾਂ ਨੇ ਕਿਹਾ, ਅਸੀਂ ਮਰਨ ਤੋਂ ਬਾਅਦ ਵੀ ਫਿਰ ਤੋਂ ਜਿਉਂਦੇ ਹੋ ਸਕਦੇ ਹਾਂ ਅਤੇ ਜਿਉਂਦੇ ਹੋ ਕੇ ਵੀ ਸਦਾ ਨਾ ਮਰਦੇ ਹੋਏ ਸਦੀਪਕ ਜੀਵਨ ਦੇ ਰਾਹ ਤੇ ਜਾ ਸਕਦੇ ਹਾਂ। ਸਬਤ ਦੇ ਦਿਨ ਤੋਂ ਬਾਅਦ ਹਫ਼ਤੇ ਦੇ ਪਹਿਲੇ ਦਿਨ ਅੰਮ੍ਰਿਤ ਵੇਲੇ ਦੇ ਬਾਰੇ ਕੂਚ 14 ਅਤੇ ਲੇਵੀਆ 23 ਦੀ ਭਵਿੱਖਬਾਣੀ ਨੂੰ ਪੂਰਾ ਕਰਦੇ ਹੋਏ ਯੀਸ਼ੂ ਸਾਨੂੰ ਜਾਣਨ ਦਿੰਦੇ ਹਨ ਕਿ ਉਹ ਪਹਿਲੇ ਫਲ ਦੇ ਪਰਵ ਦੇ ਭਵਿੱਖ ਸੂਚਕ ਬਲੀ ਬਣੇ। ਆਓ ਅਸੀਂ ਲੂਕਾ ਅਧਿਆਇ 24 ਤੇ ਇੱਕ ਨਜ਼ਰ ਪਾਈਏ। ਜੋ ਲੋਕ ਪੁਰਾਣੇ ਨੇਮ ਦੇ ਪਰਵ ਦੀ ਇੱਛਾ ਨੂੰ ਨਹੀਂ ਸਮਝ ਪਾਉਂਦੇ, ਉਹ ਇਸ ਗੱਲ ਨੂੰ ਨਹੀਂ ਸਮਝ ਸਕਦੇ ਕਿ ਨਵੇਂ ਨੇਮ ਦੇ ਸਮੇਂ ਵਿੱਚ ਯੀਸ਼ੂ ਮਸੀਹ ਨੂੰ ਸਬਤ ਦੇ ਦਿਨ ਦੇ ਬਾਅਦ ਹਫ਼ਤੇ ਦੇ ਪਹਿਲੇ ਦਿਨ ਅੰਮ੍ਰਿਤ ਵੇਲੇ ਕਿਉਂ ਜੀ ਉੱਠਣਾ ਚਾਹੀਦਾ ਸੀ। ਅਧਿਆਇ 24 ਵਚਨ 1। ਪਰ ਹਫ਼ਤੇ ਦੇ ਪਹਿਲੇ ਦਿਨ ਅੰਮ੍ਰਿਤ ਵੇਲੇ ਉਹ ਉਹਨਾਂ ਸੁਗੰਧਾਂ ਨੂੰ ਜਿਹੜੀਆਂ ਤਿਆਰ ਕੀਤੀਆਂ ਸਨ ਲੈ ਕੇ ਕਬਰ ਉੱਤੇ ਆਈਆਂ ਅਤੇ ਉਹਨਾਂ ਨੇ ਪੱਥਰ ਨੂੰ ਕਬਰੋਂ ਲਾਂਬੇ ਰਿੜਿਆ ਪਿਆ ਹੋਇਆ ਡਿੱਠਾ ਅਤੇ ਅੰਦਰ ਜਾ ਕੇ ਪ੍ਰਭੂ ਯੀਸ਼ੂ ਦੀ ਲੋਥ ਨਾ ਪਾਈ। ਅਤੇ ਇਹ ਹੋਇਆ ਕਿ ਜਾਂ ਉਹ ਇਸ ਦੇ ਕਾਰਨ ਦੁਬਦਾ ਵਿੱਚ ਪਈਆਂ ਤਾਂ ਵੇਖੋ 2 ਪੁਰਸ਼ ਚਮਕੀਲੀ ਪੁਸ਼ਾਕ ਪਹਿਨੇ ਉਹਨਾਂ ਦੇ ਕੋਲ ਆ ਖਲੋਤੇ। ਜਾਂ ਉਹ ਡਰਦੀਆਂ ਅਤੇ ਆਪਣੇ ਸਿਰ ਜ਼ਮੀਨ ਦੇ ਵੱਲ ਝੁਕਾਉਂਦੀਆਂ ਸਨ ਤਾਂ ਉਹਨਾਂ ਇਹਨਾਂ ਨੂੰ ਆਖਿਆ, ਤੁਸੀਂ ਜਿਉਂਦੇ ਨੂੰ ਮੋਇਆ ਵਿੱਚ ਕਿਉਂ ਭਾਲਦੀਆਂ ਹੋ? ਉਹ ਇੱਥੇ ਹੈ ਨਹੀਂ ਪਰ ਜੀ ਉੱਠਿਆ ਹੈ। ਚੇਤੇ ਕਰੋ ਕਿ ਗਲੀਲ ਵਿੱਚ ਹੁੰਦਿਆਂ ਉਸਨੇ ਤੁਹਾਨੂੰ ਕੀ ਕਰ ਕਿਹਾ ਸੀ? ਭਾਈ ਮਨੁੱਖ ਦੇ ਪੁੱਤਰ ਨੂੰ ਪਾਪੀ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਣਾ ਅਤੇ ਸਲੀਬ ਉੱਤੇ ਚੜਾਇਆ ਜਾਣਾ ਅਤੇ 30 ਦਿਨ ਜੀ ਉੱਠਣਾ ਜ਼ਰੂਰ ਹੈ। ਤਾਂ ਉਸ ਦੀਆਂ ਗੱਲਾਂ ਉਹਨਾਂ ਨੂੰ ਚੇਤੇ ਆਈਆਂ ਅਤੇ ਕਬਰ ਤੋਂ ਮੁੜ ਕੇ ਉਹਨਾਂ ਨੇ ਇਹ ਸਾਰੀਆਂ ਗੱਲਾਂ ਉਹਨਾਂ 11 ਅਤੇ ਹੋਰਨਾਂ ਸਭ ਨੂੰ ਦੱਸ ਦਿੱਤੀਆਂ। ਸੋ ਮਰੀਮ ਮਗਦਲੀਨੀ ਅਤੇ ਯੋਹਨਾ ਅਤੇ ਯਾਕੂਬ ਦੀ ਮਾਂ ਮਰੀਮ ਅਰ ਉਹਨਾਂ ਦੇ ਨਾਲ ਦੀਆਂ ਹੋਰ ਤੀਵੀਆਂ ਨੇ ਰਸੂਲਾਂ ਨੂੰ ਇਹ ਗੱਲਾਂ ਕਹੀਆਂ। ਇਸ ਤਰ੍ਹਾਂ ਮਤੀ ਅਤੇ ਲੂਕਾ ਨੇ ਵੀ ਜੋ ਇਸ ਜੀ ਉੱਠਣ ਦੇ ਅੰਮ੍ਰਿਤ ਵੇਲੇ ਮੌਜੂਦ ਸੀ 2000 ਸਾਲ ਪਹਿਲਾਂ ਦੀ ਉਸ ਘਟਨਾ ਨੂੰ ਦਰਜ ਕੀਤਾ। ਤਦ ਕਿਉਂ ਯੀਸ਼ੂ ਮਸੀਹ ਨੇ ਹੋਰ ਦਿਨ ਤੋਂ ਇਲਾਵਾ ਸਬਤ ਦੇ ਦਿਨ ਹਫ਼ਤੇ ਦੇ ਪਹਿਲੇ ਦਿਨ ਅਰਥਾਤ ਐਤਵਾਰ ਦੇ ਅੰਮ੍ਰਿਤ ਵੇਲੇ ਜੀ ਉੱਠਣ ਦੇ ਇਤਿਹਾਸ ਨੂੰ ਪੂਰਾ ਕੀਤਾ? ਇਹ ਪਹਿਲੇ ਫਲ ਦੇ ਪਰਬ ਦੀ ਭਵਿੱਖਬਾਣੀ ਨੂੰ ਪੂਰਾ ਕਰਨ ਦੇ ਲਈ ਸੀ ਜੋ ਅਸੀਂ ਲੇਵੀਆ 23 ਅਤੇ ਕੂਚ 14 ਵਿੱਚ ਦੇਖਿਆ ਸੀ।
ਆਓ ਅਸੀਂ ਪਹਿਲਾ ਕੁਰਿੰਥੀਓ ਅਧਿਆਇ 15 ਤੇ ਜਾਈਏ ਅਤੇ ਇਸ ਦਾ ਜਵਾਬ ਲੱਭੀਏ। ਅਧਿਆਇ 15 ਵਚਨ 17। ਅਤੇ ਜੇ ਮਸੀਹ ਨਹੀਂ ਜੀ ਉੱਠਿਆ ਹੈ ਤਾਂ ਸਾਡਾ ਵਿਸ਼ਵਾਸ ਕੀ ਹੈ? ਇਹ ਕਿਹਾ ਗਿਆ ਹੈ ਤੁਹਾਡੀ ਨਿਹਚਾ ਅਕਾਰਤ ਹੋ ਜਾਏਗੀ। ਇਸ ਦਾ ਮਤਲਬ ਸਾਨੂੰ ਦੱਸਿਆ ਜਾ ਰਿਹਾ ਹੈ ਪ੍ਰਥਮ ਫਲ ਦੇ ਪਰਵ ਦੀ ਭਵਿੱਖਬਾਣੀ ਦੇ ਅਨੁਸਾਰ ਯੀਸ਼ੂ ਮਸੀਹ ਨੂੰ ਅਵਸ਼ਯ ਹੀ ਜੀ ਉੱਠਣਾ ਚਾਹੀਦਾ ਹੈ ਨਾ। ਅਤੇ ਜੇ ਮਸੀਹ ਨਹੀਂ ਜੀ ਉੱਠਿਆ ਹੈ ਤਾਂ ਤੁਹਾਡੀ ਨਿਹਚਾ ਅਕਾਰਤ ਹੈ। ਤੁਸੀਂ ਅਜੇ ਆਪਣੇ ਪਾਪਾਂ ਵਿੱਚ ਹੋ। ਤਦ ਜਿਹੜੇ ਮਸੀਹ ਵਿੱਚ ਹੋ ਕੇ ਸੋ ਗਏ ਹਨ ਉਹ ਵੀ ਨਾਸ਼ ਹੋਏ। ਜੇ ਨਿਰੇ ਇਸੇ ਜੀਵਨ ਵਿੱਚ ਅਸੀਂ ਮਸੀਹ ਉੱਤੇ ਆਸ ਰੱਖੀ ਹੋਈ ਹੈ ਤਾਂ ਅਸੀਂ ਸਭਨਾ ਮਨੁੱਖਾਂ ਨਾਲੋਂ ਤਰਸਯੋਗ ਹਾਂ। ਵਚਨ 20 ਪਰ ਹੁਣ ਮਸੀਹ ਤਾਂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਸੁੱਤਿਆਂ ਹੋਇਆਂ ਦਾ ਪਹਿਲਾ ਫਲ ਹੈ। ਜਾਂ ਮਨੁੱਖ ਦੇ ਰਾਹੀਂ ਮੌਤ ਹੋਈ ਤਾਂ ਮਨੁੱਖ ਹੀ ਦੇ ਰਾਹੀਂ ਮੁਰਦਿਆਂ ਦੀ ਕਿਆਮਤ ਵੀ ਹੋਈ। ਜਿਸ ਤਰ੍ਹਾਂ ਆਦਮ ਵਿੱਚ ਸਭਨੇ ਮਰਦੇ ਹਨ ਉਸੇ ਤਰ੍ਹਾਂ ਮਸੀਹ ਵਿੱਚ ਸਭੇ ਕੀ ਹੋਣਗੇ? ਜੁਆਏ ਜਾਣਗੇ। ਬਾਈਬਲ ਸਾਨੂੰ ਇਹ ਕਹਿ ਰਹੀ ਹੈ ਕਿ ਸਭ ਸਦੀਪਕ ਜੀਵਨ ਪਾ ਕੇ ਮੁਕਤੀ ਦੇ ਵੱਲ ਜਾ ਸਕਦੇ ਹਨ। ਵਚਨ 23 ਪਰ ਹਰੇਕ ਆਪੋ ਆਪਣੀ ਵਾਰੀ ਸਿਰ ਪਹਿਲਾ ਫਲ ਕੌਣ ਹੈ? ਮਸੀਹ ਹੈ। ਯੀਸ਼ੂ ਮਸੀਹ ਉਹ ਪਹਿਲਾ ਫਲ ਹੈ ਜਿਸ ਬਾਰੇ ਪੁਰਾਣੇ ਨੇਮ ਵਿੱਚ ਭਵਿੱਖਬਾਣੀ ਕੀਤੀ ਗਈ ਸੀ। ਕੂਚ 14 ਤੇ ਲੇਵੀਆ 23 ਵਿੱਚ ਪਹਿਲੇ ਫਲ ਦੀ ਅਸਲੀਅਤ ਯੀਸ਼ੂ ਮਸੀਹ ਹੈ। ਜਿਸ ਦਿਨ ਅਖਮੀਰੀ ਰੋਟੀ ਦੇ ਪਰਵ ਤੋਂ ਬਾਅਦ ਲਾਲ ਸਮੁੰਦਰ ਨੂੰ ਪਾਰ ਕੀਤਾ ਉਸ ਦਿਨ ਨੂੰ ਯਾਦ ਕਰਨ ਦੇ ਲਈ ਪਰਮੇਸ਼ਰ ਨੇ ਪਹਿਲੇ ਫਲ ਦੇ ਪਰਵ ਨੂੰ ਨਿਯੁਕਤ ਕੀਤਾ ਅਤੇ ਪਰਮੇਸ਼ਰ ਪੁਰਾਣੇ ਨੇਮ ਅਤੇ ਨਵੇਂ ਨੇਮ ਵਿੱਚ ਇਹਨਾਂ ਸਾਰੀਆਂ ਗੱਲਾਂ ਨੂੰ ਭਵਿੱਖਬਾਣੀ ਅਤੇ ਪੂਰਾ ਹੋਣ ਦੇ ਸੰਬੰਧ ਦੇ ਰੂਪ ਵਿੱਚ ਸਮਝਾ ਰਹੇ ਹਨ। ਵਚਨ 23 ਵਿੱਚ ਲਿਖਿਆ ਹੈ ਪਰ ਹਰੇਕ ਆਪੋ ਆਪਣੀ ਵਾਰੀ ਸਿਰ ਪਹਿਲਾ ਫਲ ਮਸੀਹ, ਫਿਰ ਜਿਹੜੇ ਮਸੀਹ ਦੇ ਹਨ ਉਹਦੇ ਆਉਣ ਦੇ ਵੇਲੇ ਉਹਦੇ ਮਗਰੋਂ ਅੰਤ ਹੈ। ਤਦ ਉਹ ਰਾਜ ਨੂੰ ਪਰਮੇਸ਼ਵਰ ਅਤੇ ਪਿਤਾ ਦੇ ਹੱਥ ਸੌਂਪ ਦੇਵੇਗਾ ਜਦ ਉਹਨੇ ਹਰੇਕ ਹਕੂਮਤ ਅਤੇ ਹਰੇਕ ਇਖਤਿਆਰ ਅਤੇ ਕੁਦਰਤ ਨੂੰ ਨਾਸ ਕਰ ਦਿੱਤਾ ਹੋਵੇਗਾ। ਸੁੱਤਿਆਂ ਹੋਇਆਂ ਦੇ ਪਹਿਲੇ ਫਲ ਦੀ ਭਵਿੱਖਬਾਣੀ ਨੂੰ ਕਿਸ ਨੇ ਪੂਰਾ ਕੀਤਾ? ਯੀਸ਼ੂ ਮਸੀਹ ਨੇ ਸੰਪੂਰਨ ਰੂਪ ਨਾਲ ਪੂਰਾ ਕੀਤਾ। ਤਦ 2000 ਸਾਲ ਪਹਿਲਾਂ ਜਿਸ ਦਿਨ ਯੀਸ਼ੂ ਮਸੀਹ ਜੀ ਉੱਠੇ ਉਸ ਦਿਨ ਕੀ ਹੋਇਆ ਸੀ? ਆਓ ਅਸੀਂ ਲੂਕਾ ਅਧਿਆਇ 24 ਵਚਨ 13 ਤੇ ਜਾਈਏ। ਤਾਂ ਵੇਖੋ ਉਸੇ ਦਿਨ ਉਹਨਾਂ ਵਿੱਚੋਂ 2 ਜਣੇ ਇਮਾਉਸ ਨਾਂ ਦੇ ਇੱਕ ਪਿੰਡ ਨੂੰ ਜਾਂਦੇ ਸਨ ਜਿਹੜਾ ਯਰੂਸ਼ਲਮ ਤੋਂ 5 ਕੋ ਵਾਟ ਤੇ ਹੈ। ਸੋ ਉਹਨਾਂ ਸਭਨਾਂ ਦੇ ਵਿਖੇ ਜੋ ਬੀਤੀਆਂ ਸਨ ਆਪੋ ਵਿੱਚ ਗੱਲਬਾਤ ਕਰਦੇ ਸਨ ਅਤੇ ਇਹ ਹੋਇਆ ਕਿ ਜਾਂ ਉਹ ਗੱਲਬਾਤ ਅਰ ਚਰਚਾ ਕਰਦੇ ਸਨ ਤਾਂ ਯੀਸ਼ੂ ਆਪ ਨੇੜੇ ਆਣ ਕੇ ਉਹਨਾਂ ਦੇ ਨਾਲ ਤੁਰਿਆ ਗਿਆ। ਪਰ ਉਹਨਾਂ ਦੇ ਨੇਤਰ ਬੰਦ ਕੀਤੇ ਗਏ ਸਨ ਭਾਈ ਉਹ ਉਹਨੂੰ ਨਾ ਸਿਆਣਨ। ਯੀਸ਼ੂ ਮਸੀਹ ਜੀ ਉੱਠੇ ਪਰ 2 ਚੇਲੇ ਜੋ ਇਮਾਉਸ ਦੇ ਵੱਲ ਜਾ ਰਹੇ ਸੀ ਨਹੀਂ ਸਿਆਣ ਸਕੇ ਭਾਵੇਂ ਹੀ ਯੀਸ਼ੂ ਉਹਨਾਂ ਦੇ ਨਾਲ ਤੁਰ ਰਹੇ ਸਨ। ਇਕੱਠੇ ਤੁਰਦੇ ਹੋਏ ਵੀ ਉਹ ਯੀਸ਼ੂ ਮਸੀਹ ਨੂੰ ਨਹੀਂ ਸਿਆਣ ਸਕੇ ਕਿਉਂਕਿ ਉਹਨਾਂ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਗਈਆਂ ਸੀ। ਵਚਨ 17 ਉਸਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਤੁਰੇ ਜਾਂਦੇ ਇਹ ਕੀ ਗੱਲਾਂ ਆਪੋ ਵਿੱਚ ਕਰਦੇ ਹੋ? ਤਾਂ ਉਹ ਉਦਾਸ ਹੋ ਕੇ ਖਲੋ ਗਏ। ਤਦ ਕਲਿਉਪਸ ਨਾਉ ਦੇ ਇੱਕ ਨੇ ਉਹਨੂੰ ਉੱਤਰ ਦਿੱਤਾ ਭਲਾ ਤੂੰ ਇਕੱਲਾ ਯਰੂਸ਼ਲਮ ਵਿੱਚ ਓਪਰਾ ਹੈ ਅਤੇ ਅੱਜ ਕੱਲ ਜਿਹੜੀਆਂ ਵਾਰਤਾਂ ਉਸ ਵਿੱਚ ਬੀਤੀਆਂ ਨਹੀਂ ਜਾਣਦਾ ਹੈ? ਉਸਨੇ ਉਹਨਾਂ ਨੂੰ ਕਿਹਾ ਕਿਹੜੀਆਂ ਵਾਰਤਾਂ? ਤਾਂ ਉਹਨਾਂ ਉਸ ਨੂੰ ਆਖਿਆ ਯੀਸ਼ੂ ਨਾਸਰੀ ਦੇ ਵਿਖੇ ਜਿਹੜਾ ਨਬੀ ਅਰ ਨਾਲੇ ਪਰਮੇਸ਼ਵਰ ਅਤੇ ਸਾਰੇ ਲੋਕਾਂ ਦੇ ਅੱਗੇ ਕਰਨੀ ਅਤੇ ਵਚਨ ਵਿੱਚ ਸਮਰਥੀ ਸੀ। ਅਰ ਕਿਸ ਤਰ੍ਹਾਂ ਪ੍ਰਧਾਨ ਜਾਜਕਾਂ ਅਤੇ ਸਾਡੇ ਸਰਦਾਰਾਂ ਨੇ ਉਸ ਨੂੰ ਕਤਲ ਦੇ ਲਈ ਹਵਾਲੇ ਕੀਤਾ ਅਤੇ ਉਸ ਨੂੰ ਸਲੀਬ ਉੱਤੇ ਚੜਾਇਆ। ਪਰ ਸਾਨੂੰ ਇਹ ਆਸ ਸੀ ਭਾਈ ਇਹ ਉਹ ਹੈ ਜੋ ਇਜ਼ਰਾਈਲ ਦਾ ਨਿਸਤਾਰਾ ਕਰੇ। ਅਰੇ ਇਹਨਾਂ ਸਭਨਾਂ ਗੱਲਾਂ ਤੋਂ ਬਾਅਦ ਇਸ ਮਾਜਰੇ ਬੀਤੇ ਨੂੰ ਅੱਜ 30 ਦਿਨ ਹੋ ਗਿਆ ਹੈ। ਪਰ ਸਾਡੇ ਵਿੱਚੋਂ ਕਈਆਂ ਤੀਵੀਆਂ ਨੇ ਵੀ ਸਾਨੂੰ ਹੈਰਾਨ ਕਰ ਛੱਡਿਆ ਹੈ ਕਿ ਉਹ ਤੜਕੇ ਕਬਰ ਤੇ ਗਈਆਂ ਅਤੇ ਜਾਂ ਉਹਦੀ ਲੋਥ ਨਾ ਪਾਈ ਤਾਂ ਇਹ ਆਖਦੀਆਂ ਆਈਆਂ ਜੋ ਸਾਨੂੰ ਦੂਤਾਂ ਦਾ ਦਰਸ਼ਨ ਵੀ ਹੋਇਆ ਜਿਨ੍ਹਾਂ ਆਖਿਆ ਭਾਈ ਉਹ ਜਿਉਂਦਾ ਹੈ। ਅਤੇ ਸਾਡੇ ਨਾਲ ਦੀਆਂ ਵਿੱਚੋਂ ਕਈ ਕੋ ਕਬਰ ਉੱਤੇ ਗਏ ਅਰ ਜਿਹੋ ਜਿਹਾ ਤੀਵੀਆਂ ਨੇ ਕਿਹਾ ਸੀ ਤਿਹੋ ਜਿਹਾ ਪਾਇਆ ਪਰ ਉਸ ਨੂੰ ਨਾ ਡਿੱਠਾ। ਤਾਂ ਉਸਨੇ ਉਹਨਾਂ ਨੂੰ ਕਿਹਾ ਹੇ ਬੇਸਮਝੋ ਅਰ ਨਬੀਆਂ ਦੀਆਂ ਸਾਰੀਆਂ ਬਚਨਾਂ ਉੱਤੇ ਪ੍ਰਤੀਤ ਕਰਨ ਵਿੱਚ ਢਿੱਲਿਓ ਕਿ ਮਸੀਹ ਨੂੰ ਜ਼ਰੂਰੀ ਨਾ ਸੀ ਜੋ ਇਹ ਕਸ਼ਟ ਭੋਗ ਕੇ ਆਪਣੇ ਤੇਜ ਵਿੱਚ ਪ੍ਰਵੇਸ਼ ਕਰੇ। ਅਤੇ ਮੂਸਾ ਅਰ ਸਭਨਾਂ ਨਬੀਆਂ ਤੋਂ ਸ਼ੁਰੂ ਕਰਕੇ ਉਸਨੇ ਉਹਨਾਂ ਨੂੰ ਉਹਨਾਂ ਗੱਲਾਂ ਦਾ ਅਰਥ ਦੱਸਿਆ ਜਿਹੜੀਆਂ ਸਭਨਾਂ ਪੁਸਤਕਾਂ ਵਿੱਚ ਉਹਦੇ ਹੱਕ ਵਿੱਚ ਲਿਖੀਆਂ ਹੋਈਆਂ ਸਨ। ਉਹ ਪਿੰਡ ਨੇੜੇ ਆਇਆ ਜਿੱਥੇ ਜਾਂਦੇ ਸਨ ਅਰ ਉਸਨੇ ਅੱਗੇ ਵਧਣ ਨੂੰ ਕੀਤਾ ਤਾਂ ਉਹਨਾਂ ਉਸ ਨੂੰ ਅਟਕਾ ਕੇ ਆਖਿਆ ਕਿ ਸਾਡੇ ਨਾਲ ਰਹੋ ਕਿਉਂ ਜੋ ਸਾਂਝ ਪੈ ਗਈ ਹੈ ਤੇ ਹੁਣ ਦਿਨ ਲੈ ਚੱਲਿਆ ਹੈ। ਅਰ ਉਹ ਉਹਨਾਂ ਦੇ ਸੰਗ ਟਿਕਣ ਨੂੰ ਅੰਦਰ ਗਿਆ। ਇਹ ਹੋਇਆ ਕਿ ਜਾਂ ਉਹ ਉਹਨਾਂ ਦੇ ਨਾਲ ਪ੍ਰਸ਼ਾਦ ਛਕਣ ਨੂੰ ਬੈਠਾ
ਤਾਂ ਉਸਨੇ ਰੋਟੀ ਲੈ ਕੇ ਬਰਕਤ ਦਿੱਤੀ ਅਤੇ ਤੋੜ ਕੇ ਉਹਨਾਂ ਨੂੰ ਫੜਾਈ। ਤਦ ਉਹਨਾਂ ਦੇ ਨੇਤਰ ਖੁੱਲ ਗਏ ਅਤੇ ਉਹਨਾਂ ਕੀ ਕੀਤਾ? ਉਸ ਨੂੰ ਸਿਆਣ ਲਿਆ। ਜੀ ਉੱਠਣ ਦੇ ਦਿਨ ਦੀ ਰੋਟੀ ਵਿੱਚ ਇਸ ਤਰ੍ਹਾਂ ਦਾ ਅਰਥ ਸ਼ਾਮਿਲ ਹੈ। ਲਗਭਗ 10 ਕਿਲੋਮੀਟਰ ਤੱਕ ਇਕੱਠੇ ਤੁਰਦੇ ਹੋਏ ਵੀ ਉਹ ਨਹੀਂ ਸਿਆਣ ਸਕੇ ਕਿ ਉਹ ਵਿਅਕਤੀ ਜੋ ਉਹਨਾਂ ਦੇ ਬਗਲ ਵਿੱਚ ਹੈ ਯੀਸ਼ੂ ਮਸੀਹ ਹੈ। ਪਰ ਜਦੋਂ ਯੀਸ਼ੂ ਮਸੀਹ ਨੇ ਧੰਨਵਾਦ ਕੀਤੀ ਹੋਈ ਰੋਟੀ ਨੂੰ ਤੋੜ ਕੇ ਉਹਨਾਂ ਨੂੰ ਦਿੱਤਾ, ਤਦ ਉਹਨਾਂ ਨੇ ਯੀਸ਼ੂ ਮਸੀਹ ਨੂੰ ਸਿਆਣ ਲਿਆ ਔਰ ਉਹ ਉਹਨਾਂ ਤੋਂ ਅਲੋਪ ਹੋ ਗਿਆ। ਵਚਨ 32, ਤਾਂ ਉਹ ਇੱਕ ਦੂਏ ਨੂੰ ਆਖਣ ਲੱਗੇ, ਭਾਈ ਜਾ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰਦਾ ਅਤੇ ਸਾਡੇ ਲਈ ਪੁਸਤਕਾਂ ਦਾ ਅਰਥ ਖੋਲਦਾ ਸੀ ਤਾਂ ਕਿ ਸਾਡਾ ਦਿਲ ਸਾਡੇ ਅੰਦਰ ਗਰਮ ਨਹੀਂ ਸੀ ਹੁੰਦਾ। ਉਹ ਉਸੇ ਘੜੀ ਉੱਠ ਕੇ ਯਰੂਸ਼ਲਮ ਨੂੰ ਮੁੜੇ ਅਤੇ 11 ਚੇਲਿਆਂ ਔਰ ਉਹਨਾਂ ਦੇ ਨਾਲ ਦਿਆਂ ਇਕੱਠਿਆਂ ਨੂੰ ਪਾਇਆ, ਜਿਹੜੇ ਕਹਿੰਦੇ ਸਨ ਕਿ ਪ੍ਰਭੂ ਸੱਚੀ ਮੁੱਚੀ ਜੀ ਉੱਠਿਆ ਔਰ ਸ਼ਮੌਨ ਨੂੰ ਵਿਖਾਈ ਦਿੱਤਾ। ਇਹ ਅਚਰਜ ਘਟਨਾ ਹੈ ਕਿ ਯੀਸ਼ੂ ਮਸੀਹ ਸੁੱਤੇ ਹੋਇਆਂ ਵਿੱਚੋਂ ਪਹਿਲੇ ਫਲ ਦੇ ਰੂਪ ਵਿੱਚ ਜੀ ਉੱਠੇ। 2000 ਸਾਲ ਪਹਿਲਾਂ ਹੋਈ ਸੀ। ਯੀਸ਼ੂ ਮਸੀਹ ਦੇ ਜੀ ਉੱਠਣ ਦੇ ਦੁਆਰਾ ਸਾਨੂੰ ਵੀ ਆਸ ਹੋ ਸਕਦੀ ਹੈ। ਜੋ ਕੋਈ ਮੇਰੇ ਤੇ ਨੇਚਾ ਕਰਦਾ ਹੈ, ਇਹ ਜੇਕਰ ਮਰ ਵੀ ਜਾਵੇ ਤਾਂ ਵੀ ਜੀਵੇਗਾ, ਅਤੇ ਜੋ ਕੋਈ ਜਿਉਂਦਾ ਹੈ ਤੇ ਮੇਰੇ ਤੇ ਵਿਸ਼ਵਾਸ ਕਰਦਾ ਹੈ ਉਹ ਅਨੰਤ ਕਾਲ ਤੱਕ ਨਾ ਮਰੇਗਾ। ਯੀਸ਼ੂ ਦੇ ਜੀ ਉੱਠਣ ਦੇ ਦੁਆਰਾ ਅਸੀਂ ਇਸ ਤਰ੍ਹਾਂ ਦੀ ਆਸ ਨੂੰ ਰੱਖਣ ਵਿੱਚ ਕਾਬਿਲ ਹੋਏ ਹਾਂ। ਆਓ ਅਸੀਂ ਯਹੂਨਾ ਅਧਿਆਇ 11 ਤੇ ਜਾਈਏ। ਵਚਨ 24, ਮਾਰਥਾ ਨੇ ਉਸ ਨੂੰ ਆਖਿਆ, ਮੈਂ ਜਾਣਦੀ ਹਾਂ ਜੋ ਕਿਆਮਤ ਨੂੰ ਅੰਤ ਦੇ ਦਿਨ ਉਹ ਜੀ ਉੱਠੂ। ਯੀਸ਼ੂ ਨੇ ਉਹਨੂੰ ਕਿਹਾ, ਕਿਆਮਤ ਅਤੇ ਜਿਉਣ ਮੈਂ ਹਾਂ। ਜੋ ਮੇਰੇ ਉੱਤੇ ਨੇਚਾ ਕਰਦਾ ਹੈ, ਭਾਵੇਂ ਉਹ ਮਰ ਜਾਵੇ ਤਾਂ ਵੀ ਜੀਵੇਗਾ, ਅਤੇ ਹਰ ਕੋਈ ਜਿਹੜਾ ਜਿਉਂਦਾ ਹੈ ਔਰ ਮੇਰੇ ਉੱਤੇ ਨੇਚਾ ਕਰਦਾ ਹੈ ਸੋ ਸਦੀਪਕ ਕਾਲ ਤੱਕ ਕਦੇ ਨਾ ਮਰੇਗਾ। ਕੀ ਤੂੰ ਇਸ ਗੱਲ ਦੀ ਪ੍ਰਤੀਤ ਕਰਦੀ ਹੈ? ਉਹਨ ਉਸ ਨੂੰ ਆਖਿਆ, ਹਾਂ ਪ੍ਰਭੂ, ਮੈਂ ਪ੍ਰਤੀਤ ਕੀਤੀ ਹੈ ਜੋ ਤੂੰ ਹੀ ਮਸੀਹ ਹੈ, ਪਰਮੇਸ਼ਵਰ ਦਾ ਪੁੱਤਰ ਜਿਹੜਾ ਜਗਤ ਵਿੱਚ ਆਉਣ ਵਾਲਾ ਸੀ। ਯੀਸ਼ੂ ਮਸੀਹ ਇਹ ਕਹਿੰਦੇ ਹੋਏ ਕਿ ਕਿਆਮਤ ਅਤੇ ਜੀਵਨ ਮੈਂ ਹੀ ਹਾਂ। ਜੋ ਕੋਈ ਮੇਰੇ ਤੇ ਨੇਚਾ ਕਰਦਾ ਹੈ ਉਹ ਜੇਕਰ ਮਰ ਵੀ ਜਾਵੇ ਤਾਂ ਵੀ ਜੀਵੇਗਾ, ਅਤੇ ਜੋ ਕੋਈ ਜਿਉਂਦਾ ਹੈ ਤੇ ਮੇਰੇ ਤੇ ਵਿਸ਼ਵਾਸ ਕਰਦਾ ਹੈ ਉਹ ਅਨੰਤ ਕਾਲ ਤੱਕ ਨਾ ਮਰੇਗਾ। ਜਿਉਣ ਦੀ ਆਸ ਸਾਨੂੰ ਦਿੱਤੀ ਹੈ। ਸ਼ੈਤਾਨ ਨੇ ਮਨੁੱਖ ਜਾਤੀ ਨੂੰ ਸਵਰਗ ਤੋਂ ਪਾਪ ਕਰਵਾਇਆ ਅਤੇ ਇਸ ਧਰਤੀ ਤੇ ਖਿੱਚ ਕੇ ਸਾਰਿਆਂ ਨੂੰ ਮੌਤ ਦੇ ਨਾਮ ਦੇ ਦੁੱਖ ਵਿੱਚ ਰਹਿਣ ਦੇ ਲਈ ਬੰਨ੍ਹ ਲਿਆ। ਪਰ ਯੀਸ਼ੂ ਮਸੀਹ ਨੇ ਇਸ ਧਰਤੀ ਤੇ ਆ ਕੇ ਮੌਤ ਦੀ ਸ਼ਕਤੀ ਨੂੰ ਤੋੜ ਦਿੱਤਾ ਅਤੇ ਜੀ ਉੱਠਣ ਦੇ ਦਿਨ ਤੇ ਇਸ ਅਚਰਜ ਕੰਮ ਦੇ ਦੁਆਰਾ ਸਦੀਪਕ ਜੀਵਨ ਦਾ ਰਾਹ ਪ੍ਰਗਟ ਕੀਤਾ। ਪੁਰਾਣਾ ਨੇਮ ਵਿੱਚ ਇਹ ਪਹਿਲੇ ਫਲ ਦੇ ਪਰਵ ਦੇ ਨਾਮ ਨਾਲ ਬੁਲਾਇਆ ਜਾਂਦਾ ਸੀ। ਇਸ ਲਈ ਮਸੀਹ ਦੇ ਅੰਦਰ ਇਸ ਤਰ੍ਹਾਂ ਦਾ ਕੋਈ ਵੀ ਵਿਅਕਤੀ ਨਹੀਂ ਹੈ ਜਿਸ ਦੇ ਕੋਲ ਜੀ ਉੱਠਣ ਦੀ ਜਿਉਂਦਿਆਂ ਦੀ ਆਸ ਨਾ ਹੋਵੇ। ਅਤੇ ਜੋ ਲੋਕ ਪਰਮੇਸ਼ਵਰ ਤੇ ਨੇਚਾ ਕਰਦੇ ਹੋਏ ਇਸ ਧਰਤੀ ਤੇ ਪਹਿਲਾਂ ਮਰ ਚੁੱਕੇ ਹਨ, ਉਹਨਾਂ ਦੇ ਬਾਰੇ ਇਸ ਤਰ੍ਹਾਂ ਬਿਆਨ ਕਰਨ ਦੇ ਬਜਾਏ ਕਿ ਉਹ ਮਰ ਗਏ, ਬਾਈਬਲ ਕਿਸ ਤਰ੍ਹਾਂ ਬਿਆਨ ਕਰਦੀ ਹੈ? ਉਹ ਸੋ ਗਏ ਹਨ। ਉਹ ਹੁਣ ਥੋੜੇ ਸਮੇਂ ਦੇ ਲਈ ਸੋ ਰਹੇ ਹਨ। ਤਦ ਉਹ ਸਭ ਕਦੋਂ ਜਾਗ ਉੱਠਣਗੇ? ਬਾਈਬਲ ਸਾਨੂੰ ਇਸ ਤਰ੍ਹਾਂ ਆਸ ਦਿੰਦੀ ਹੈ ਕਿ ਅੰਤਮ ਦਿਨ ਜੀ ਉੱਠਣ ਦੀ ਸਵੇਰ ਅਸੀਂ ਸਭ ਜਾਗ ਉੱਠਾਂਗੇ ਅਤੇ ਜੀ ਉੱਠਾਂਗੇ ਜਾਂ ਬਦਲ ਜਾਵਾਂਗੇ। ਆਓ ਅਸੀਂ ਪਹਿਲਾ ਥੈਸਲੁਨਕੀਓ ਅਧਿਆਇ 4 ਤੇ ਜਾਈਏ ਅਤੇ ਇੱਕ ਹੋਰ ਵਚਨ ਦੇਖੀਏ। ਅਧਿਆਇ 4 ਵਚਨ 13, ਹੇ ਭਰਾਵੋ, ਅਸੀਂ ਨਹੀਂ ਚਾਹੁੰਦੇ ਜੋ ਤੁਸੀਂ ਉਹਨਾਂ ਦੀ ਵਿਥਿਆ ਤੋਂ ਜਿਹੜੇ ਸੁੱਤੇ ਪਏ ਹਨ ਅਣਜਾਣ ਰਹੋ। ਭਾਈ ਤੁਸੀਂ ਹੋਰਨਾਂ ਵਾਂਗੂ ਜਿਨ੍ਹਾਂ ਨੂੰ ਕੋਈ ਆਸ ਨਹੀਂ, ਸੋਗ ਨਾ ਕਰੋ, ਕਿਉਂਕਿ ਜੇ ਸਾਨੂੰ ਇਹ ਪ੍ਰਤੀਤ ਹੋਈ ਹੈ ਭਾਈ ਯੀਸ਼ੂ ਮੋਇਆ ਅਤੇ ਫਿਰ ਜੀ ਉੱਠਿਆ, ਤਾਂ ਇਸੇ ਤਰ੍ਹਾਂ ਪਰਮੇਸ਼ਵਰ ਉਹਨਾਂ ਨੂੰ ਵੀ ਜਿਹੜੇ ਯੀਸ਼ੂ ਵਿੱਚ ਸੋ ਗਏ ਹਨ ਉਹਦੇ ਨਾਲ ਕੀ ਕਰੇਗਾ? ਲਿਆਵੇਗਾ। ਜੀ ਉੱਠਣ ਦੀ ਸਵੇਰ ਵਿੱਚ ਅਸੀਂ ਸਭ ਇਸ ਤਰ੍ਹਾਂ ਜਾਗ ਉੱਠਾਂਗੇ। ਵਚਨ 15, ਅਸੀਂ ਪ੍ਰਭੂ ਦੇ ਵਚਨ ਦੇ ਅਨੁਸਾਰ ਤੁਹਾਨੂੰ ਇਹ ਆਖਦੇ ਹਾਂ, ਭਾਈ ਅਸੀਂ ਜਿਹੜੇ ਜਿਉਂਦੇ ਅਤੇ ਪ੍ਰਭੂ ਦੇ ਆਉਣ ਤੱਕ ਬਾਕੀ ਰਹਿੰਦੇ ਹਾਂ, ਸੋ ਉਹਨਾਂ ਤੋਂ ਜਿਹੜੇ ਸੋ ਗਏ ਹਨ ਕਦੀ ਅਗੇਤੇ ਨਾ ਹੋਵਾਂਗੇ। ਇਸ ਲਈ ਜੋ ਪ੍ਰਭੂ ਆਪ ਲਲਕਾਰੇ ਨਾਲ, ਮਹਾਦੂਤ ਦੀ ਆਵਾਜ਼ ਨਾਲ ਅਤੇ ਪਰਮੇਸ਼ਵਰ ਦੀ ਤੂਰੀ ਨਾਲ ਸਵਰਗ ਤੋਂ ਉਤਰੇਗਾ, ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਉਹ ਪਹਿਲਾਂ ਜੀ ਉੱਠਣਗੇ। ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਬਦਲ ਦਿੱਤੇ ਜਾ ਕੇ ਬੱਦਲਾਂ ਤੇ ਚੁੱਕ ਲਏ ਜਾਵਾਂਗੇ। ਪ੍ਰਭੂ ਦੇ ਮਿਲਣ ਨੂੰ ਬੱਦਲਾਂ ਉੱਤੇ ਅਚਾਨਕ ਉਠਾਏ ਜਾਵਾਂਗੇ ਅਤੇ ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਸੰਗ ਰਹਾਂਗੇ।
ਸੋ ਤੁਸੀਂ ਇਹਨਾਂ ਗੱਲਾਂ ਨਾਲ ਇੱਕ ਦੂਏ ਨੂੰ ਤਸੱਲੀ ਦਿਓ। ਪਹਿਲਾ ਥੈਸਲੁਨੀਕੀਓ ਅਧਿਆਇ 4 ਦੇ ਵਚਨ ਦੇ ਵਾਂਗ ਜੋ ਲੋਕ ਪਰਮੇਸ਼ਵਰ ਤੇ ਨੇਚਾ ਕਰਦੇ ਹੋਏ ਪਹਿਲਾਂ ਪਰਮੇਸ਼ਵਰ ਦੀ ਗੋਦ ਵਿੱਚ ਪਹੁੰਚਾਏ ਜਾਂਦੇ ਹਨ, ਅਰਥਾਤ ਜੋ ਲੋਕ ਸ਼ਾਰੀਰਿਕ ਰੂਪ ਵਿੱਚ ਮਰ ਗਏ ਹਨ, ਉਹ ਅੰਤਮ ਦਿਨ ਵਿੱਚ ਜਦੋਂ ਮਸੀਹ ਇਸ ਧਰਤੀ ਤੇ ਅੰਤਮ ਜੱਜ ਦੇ ਰੂਪ ਵਿੱਚ ਆਉਣਗੇ, ਸੁੱਤੇ ਹੋਇਆਂ ਵਿੱਚੋਂ ਜੀ ਉੱਠਣਗੇ। ਉਸ ਦਿਨ ਅਸੀਂ ਮਾਂਸ ਅਤੇ ਲਹੂ ਦੇ ਸਰੀਰ ਵਿੱਚ ਦੁਬਾਰਾ ਜਿਉਂਦੇ ਨਹੀਂ ਹੋਵਾਂਗੇ ਅਤੇ ਅਸੀਂ ਸਭ ਹੋਰ ਨਹੀਂ ਮਾਂਸ ਅਤੇ ਲਹੂ ਨਾਲ ਬੰਨੇ ਜਾਵਾਂਗੇ, ਪਰ ਇੱਕ ਆਤਮਿਕ ਸਰੀਰ ਵਿੱਚ ਬਦਲ ਜਾਵਾਂਗੇ। ਇਸ ਲਈ ਇੱਕ ਵਧੀਆ ਦੁਨੀਆ ਵਿੱਚ ਸਾਨੂੰ ਜੁਗੋ ਜੁਗ ਸਦੀਪਕ ਜੀਵਨ ਅਤੇ ਆਸ਼ੀਸ਼ ਦਾ ਆਨੰਦ ਲੈਣ ਦੇਣਾ ਪਰਮੇਸ਼ਵਰ ਦੀ ਪਵਿੱਤਰ ਮਰਜ਼ੀ ਹੈ। ਅੱਜ ਦਾ ਇਸ ਜੀ ਉੱਠਣ ਦੇ ਦਿਨ ਦਾ ਸੰਦੇਸ਼ ਪਹਿਲਾਂ ਚਰਚ ਦੇ ਸੰਤਾਂ ਦੇ ਲਈ, ਜੋ ਸਲੀਬ ਤੇ ਚੜਾਏ ਗਏ ਮਸੀਹ ਦੇ ਦੁੱਖ ਨੂੰ ਸਮਝਦੇ ਹੋਏ ਦੁਖੀ ਸਨ, ਬਹੁਤ ਵੱਡੀ ਖੁਸ਼ੀ ਲਿਆਇਆ ਸੀ। ਇਸ ਲਈ ਇਹ ਸਿਰਫ ਉਹ ਘਟਨਾ ਨਹੀਂ ਸੀ ਕਿ ਮਸੀਹ ਜੀ ਉੱਠੇ, ਬਲਕਿ ਇੱਕ ਵੱਡੀ ਘਟਨਾ ਸੀ ਕਿ ਜਿਸ ਨੇ ਸਾਨੂੰ ਇਹ ਆਸ ਦਿੱਤੀ ਕਿ ਅਸੀਂ ਵੀ ਭਵਿੱਖ ਵਿੱਚ ਜੀ ਉੱਠਾਂਗੇ। ਇਸ ਲਈ ਇਹ ਜੀ ਉੱਠਣ ਦਾ ਦਿਨ ਸਾਡੀ ਨਿਹਚਾ ਵਿੱਚ ਬਹੁਤ ਹੀ ਮਹੱਤਵਪੂਰਨ ਅਰਥ ਨੂੰ ਰੱਖਦਾ ਹੈ। ਜੇਕਰ ਸਾਡੇ ਕੋਲ ਜੀ ਉੱਠਣ ਦਾ ਸੱਚ ਨਹੀਂ ਹੈ ਤਾਂ ਸਾਡੀ ਸਾਰੀ ਨਿਹਚਾ ਬੇਕਾਰ ਨਿਹਚਾ ਹੋ ਜਾਵੇਗੀ। ਯੀਸ਼ੂ ਮਸੀਹ ਨੇ ਇੱਕ ਵਾਰ ਫਿਰ ਤੋਂ ਪਹਿਲੇ ਫਲ ਦੇ ਪਰਬ ਅਤੇ ਜੀ ਉੱਠਣ ਦੇ ਦਿਨ ਦੇ ਅਰਥ ਨੂੰ ਸੰਤਾਨਾਂ ਨੂੰ ਅਹਿਸਾਸ ਕਰਨ ਦਿੱਤਾ। ਮਸੀਹ ਦੇ ਉਦਾਹਰਣ ਦਾ ਪਾਲਨ ਕਰਦੇ ਹੋਏ ਅਸੀਂ ਵੀ ਜੀ ਉੱਠਣ ਦੇ ਦਿਨ ਦੀ ਰੋਟੀ ਤੋੜਨ ਦੀ ਰੀਤੀ ਨੂੰ ਕਰਨ ਜਾ ਰਹੇ ਹਾਂ, ਜਿਸ ਨਾਲ ਸਾਡੀਆਂ ਆਤਮਿਕ ਅੱਖਾਂ ਖੁੱਲ ਜਾਣਗੀਆਂ ਅਤੇ ਅਸੀਂ ਸਹੀ ਤਰ੍ਹਾਂ ਨਾਲ ਸਮਝ ਸਕਾਂਗੇ ਕਿ ਮਸੀਹ ਕੌਣ ਹੈ। ਹਾਲਾਂਕਿ ਇਹਨਾਂ ਦਿਨਾਂ ਵਿੱਚ ਸੰਸਾਰ ਦੇ ਚਰਚ ਦਾਅਵਾ ਕਰਦੇ ਹਨ ਕਿ ਜੀ ਉੱਠਣ ਦਾ ਦਿਨ ਆਂਡੇ ਉਬਾਲ ਕੇ ਖਾਣ ਦਾ ਦਿਨ ਹੈ। ਬਾਈਬਲ ਵਿੱਚ ਜੀ ਉੱਠਣ ਦੇ ਦਿਨ ਰੋਟੀ ਤੋੜਨ ਦਾ ਦ੍ਰਿਸ਼ਤਾ ਹੈ, ਪਰ ਇੱਕ ਦੂਸਰੇ ਦੇ ਨਾਲ ਰੰਗੀਨ ਆਂਡੇ ਨੂੰ ਵੰਡਣਾ, ਖਾਣਾ ਜਾਂ ਖਰਗੋਸ਼ ਦੀ ਗੁੱਡੀਆਂ ਨੂੰ ਭੇਂਟ ਦੇ ਰੂਪ ਵਿੱਚ ਦੇਣਾ ਸਿਰਫ ਕੁਧਰਮ ਤੋਂ ਇੱਕ ਰੀਤੀ ਹੈ ਜੋ ਬਾਈਬਲ ਵਿੱਚ ਕਿਤੇ ਵੀ ਨਹੀਂ ਪਾਈ ਜਾਂਦੀ। ਅੱਜ ਪੁਰਾਣੇ ਅਤੇ ਨਵੇਂ ਨੇਮ ਵਿੱਚ ਸ਼ਾਮਿਲ ਅਰਥਾਂ ਦੇ ਦੁਆਰਾ ਅਸੀਂ ਸਮਝਦੇ ਹਾਂ ਕਿ ਯੀਸ਼ੂ ਮਸੀਹ ਪਹਿਲੇ ਫਲ ਦੀ ਬਲੀ ਦੇ ਰੂਪ ਵਿੱਚ ਆਏ ਸਨ ਅਤੇ ਸਬਤ ਦੇ ਅਗਲੇ ਦਿਨ ਐਤਵਾਰ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ। ਪੁਰਾਣੇ ਨੇਮ ਵਿੱਚ ਜਾਜਕ ਨੇ ਪਹਿਲੇ ਫਲ ਦੇ ਪੁੱਲੇ ਨੂੰ ਹਿਲਾਇਆ ਸੀ, ਇਸ ਲਈ ਇਸ ਪਰਬ ਨੂੰ ਹਿਲਾਈ ਜਾਣ ਦੀ ਭੇਂਟ ਦਾ ਪਰਬ ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਜੀ ਉੱਠਣ ਦਾ ਦਿਨ ਕਈ ਨਾਮ ਤੋਂ ਬੁਲਾਇਆ ਜਾਂਦਾ ਹੈ। ਪਰਮੇਸ਼ਵਰ ਨੇ ਮੌਤ ਅਤੇ ਪਤਾਲ ਦੀ ਸ਼ਕਤੀ ਨੂੰ ਤੋੜ ਦਿੱਤਾ ਅਤੇ ਸਾਨੂੰ ਇਹ ਕਰਦੇ ਹੋਏ ਜੀ ਉੱਠਣ ਦੇ ਦਿਨ ਦਾ ਅਰਥ ਸਿਖਾਇਆ ਕਿ ਜੋ ਕੋਈ ਮੇਰੇ ਤੇ ਨੇਚਾ ਕਰਦਾ ਹੈ ਉਹ ਜੀਵਨ ਪਾਵੇਗਾ ਅਤੇ ਜੀ ਉੱਠਣ ਵਿੱਚ ਭਾਗ ਲੈ ਸਕਦਾ ਹੈ। ਇਹ ਖੁਸ਼ੀ ਦੀ ਆਸ ਨੂੰ ਦੇਣ ਦੇ ਲਈ ਮੈਂ ਐਲੋਹਿਮ ਪਰਮੇਸ਼ਵਰ ਨੂੰ ਅਨੰਤ ਧੰਨਵਾਦ ਅਤੇ ਵਡਿਆਈ ਚੜਾਉਂਦੇ ਹੋਏ ਅੱਜ ਦਾ ਵਚਨ ਖਤਮ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।